ਡੀਅਰ ਸਟੂਡੈਂਟਸ, ਅੱਜ ਅਸੀਂ ਐਸਆਈ ਸਿਸਟਮ ਆਫ ਯੂਨਿਟਸ ਕਿਵੇਂ ਲਿਖਣੇ ਨੇ ਉਹਨਾਂ ਦੇ ਬਾਰੇ 'ਚ ਪੜ੍ਹਾਂਗੇ। ਸਭ ਤੋਂ ਪਹਿਲਾਂ ਕਿਹੜੇ ਕਿਹੜੇ ਨਿਯਮ ਹਨ ਅਸੀਂ ਉਸ ਦੇ ਬਾਰੇ 'ਚ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾ ਹੈ ਕਿ ਜਦੋਂ ਕੋਈ ਯੂਨਿਟ ਵਿਗਿਆਨੀ ਦੇ ਨਾਮ ਦੇ ਉੱਪਰ ਹੈ, ਜਿਸ ਤਰ੍ਹਾਂ ਕੈਲਵਿਨ ਯੂਨਿਟ ਹੈ ਟੈਂਪਰੇਚਰ ਦਾ, ਨਿਊਟਨ ਯੂਨਿਟ ਹੈ ਫੋਰਸ ਦਾ, ਇਸੇ ਤਰ੍ਹਾਂ ਹੀ ਕਰੰਟ ਦਾ ਯੂਨਿਟ ਹੈ ਐਂਪੀਅਰ, ਐਨਰਜੀ ਦਾ ਯੂਨਿਟ ਹੈ ਜੂਲ। ਤਾਂ ਜੇ ਅਸੀਂ ਫੁੱਲ ਯੂਨਿਟ ਦਾ ਜਿਹੜਾ ਨਾਮ ਲਿਖਣਾ ਹੈ ਤਾਂ ਇਹ ਸਮਾਲ ਲੈਟਰ ਨਾਲ ਲਿਖਾਂਗੇ। ਨੋਰਮਲੀ ਅਸੀਂ ਜਦੋਂ ਕਿਸੇ ਪਰਸਨ ਦਾ ਨਾਮ ਲਿਖਦੇ ਹਾਂ ਤਾਂ ਕੈਪੀਟਲ ਲੈਟਰ ਦੇ ਨਾਲ ਸ਼ੁਰੂ ਕਰਦੇ ਹਾਂ, ਪਰ ਜਦੋਂ ਅਸੀਂ ਯੂਨਿਟ ਲਿਖਣਾ ਹੈ ਤਾਂ ਸਮਾਲ ਲੈਟਰ ਨਾਲ ਲਿਖਾਂਗੇ। ਦੂਸਰਾ, ਜਦੋਂ ਅਸੀਂ ਵਿਗਿਆਨੀ ਦੇ ਨਾਮ ਵਾਲੇ ਯੂਨਿਟ ਦਾ ਸਿੰਬਲ ਲਿਖਣਾ ਹੈ ਤਾਂ ਉਹ ਕੈਪੀਟਲ ਲੈਟਰ ਦੇ ਨਾਲ ਲਿਖਾਂਗੇ। ਜਿਸ ਤਰ੍ਹਾਂ ਨਿਊਟਨ ਦੇ ਲਈ ਕੈਪੀਟਲ N, ਵਾਟ ਲਈ W ਕੈਪੀਟਲ, ਜੂਲ ਦੇ ਲਈ ਕੈਪੀਟਲ J, ਐਂਪੀਅਰ ਲਈ ਕੈਪੀਟਲ A, ਕੂਲਮ ਦੇ ਲਈ ਕੈਪੀਟਲ C ਔਰ ਕੈਲਵਿਨ ਦੇ ਲਈ ਕੈਪੀਟਲ K। ਉਸ ਤੋਂ ਬਾਅਦ ਹੈ ਤੀਸਰਾ ਰੂਲ ਹੈ ਕਿ ਜਿਹੜੇ ਯੂਨਿਟਸ ਵਿਗਿਆਨੀਆਂ ਦੇ ਨਾਮ ਦੇ ਉੱਪਰ ਨਹੀਂ ਹਨ, ਉਹਨਾਂ ਦੇ ਯੂਨਿਟ ਦਾ ਜਦੋਂ ਸਿੰਬਲ ਲਿਖਣਾ ਹੈ ਤਾਂ ਹਮੇਸ਼ਾ ਸਮਾਲ ਲੈਟਰ ਦੇ ਨਾਲ ਲਿਖਾਂਗੇ। ਜਿਸ ਤਰ੍ਹਾਂ ਮੀਟਰ ਦੇ ਲਈ ਸਮਾਲ m, ਕਿਲੋਗ੍ਰਾਮ ਦੇ ਲਈ ਸਮਾਲ kg, ਸੈਕਿੰਡ ਦੇ ਲਈ ਸਮਾਲ s। ਚੌਥਾ ਨਿਯਮ ਹੈ ਕਿ ਜਦੋਂ ਵੀ ਜਿਹੜੇ ਯੂਨਿਟਸ ਲਿਖਣੇ ਨੇ ਤਾਂ ਉਹਦੇ 'ਚ ਕੋਈ ਵੀ ਪਲੂਰਲ ਐਡ ਨਹੀਂ ਕਰਨਾ। ਪਲੂਰਲ ਤੋਂ ਕੀ ਭਾਵ ਹੈ, ਨੋਰਮਲੀ ਅਸੀਂ ਪੰਜਾਬੀ ਜਦੋਂ ਵੀ ਕੋਈ ਗੱਲ ਕਰਦੇ ਹਾਂ ਅਸੀਂ ਨਾਲ ਆਪਣੇ ਵੱਲੋਂ ਹੀ ਐਸ ਜਾਂ ES ਐਡ ਕਰ ਦਿੰਦੇ ਹਾਂ, ਪਰ ਜਦੋਂ ਅਸੀਂ ਯੂਨਿਟ ਲਿਖਣੇ ਹਨ ਖਾਸ ਤੌਰ 'ਤੇ ਧਿਆਨ ਰੱਖਣਾ ਹੈ ਕੋਈ ਵੀ ਐਸ ਜਾਂ ES ਨਹੀਂ ਐਡ ਕਰਨਾ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਕੁਆਂਟਿਟੀ ਹੈ 100 ਕਿਲੋਗ੍ਰਾਮ, ਐਸ ਨਹੀਂ ਲਗਾਉਣਾ ਕਿ ਕਿਲੋਗ੍ਰਾਮ से नहीं लिखना। क्वांटिटी है 4.2 जूल, जूल नहीं एस नहीं लगाना, जे एस लगावांगे वो बन जाएगा जूल सेकेंड। इसी तरह ही न्यूटन के नाल एस नहीं लगाना, जे लगावांगे तो बन जाएगा न्यूटन सेकेंड। सो इस गल्लां दा खास ध्यान से रखना है। पंजवां नियम है कि जेड़े एग्रीड सिंबल ने वही लिखने ने। जिद्दां एंपीयर दे लई कैपिटल A है तो AMP नहीं लिखना। जो सिंबल जिस क्वांटिटी वास्ते बनया है वो सिंबल ही असी लिखना है। छेवां नियम है कि कोई भी फुल स्टॉप या पंक्चुएशन मार्क जिहड़ा है वो विदिन या एंड्स ऑफ द यूनिट से नहीं लिखना। उस तो बाद है कि जदों भी असी कोई क्वांटिटी लिखते हाँ तो न्यूमैरिकल वैल्यू तो यूनिट के विच एक स्पेस देना है, और जदों ਕੰਪਲੈਕਸ ਯੂਨਿਟਸ ਨੇ तो ਉਹਦੇ ਵਿੱਚ 2 यूनिट्स ਦੇ ਵਿੱਚ ਸਪੇਸ ਦੇਣਾ। ਜਿੱਦਾਂ ਸਪੋਜ਼ ਕਰੋ ਯੂਨਿਟ ਹੈ ਨਿਊਟਨ ਮੀਟਰ, ਸੋ ਨਿਊਟਨ ਤੇ ਮੀਟਰ ਦੇ ਵਿੱਚ ਵੀ ਸਪੇਸ ਦੇਣਾ ਹੈ। ਜੇ ਕਿਸੇ ਵੇਲੇ ਮੰਨ ਲਓ ਕੋਈ ਬੱਚਾ ਗਲਤੀ ਕਰਦਾ ਹੈ, ਨਿਊਟਨ ਦਾ ਸਮਾਲ n ਲਿਖ ਦਿੰਦਾ ਹੈ ਔਰ ਮੀਟਰ, ਤਾਂ ਉਹ ਨੈਨੋਮੀਟਰ ਬਣ ਜਾਏਗਾ ਨਾ ਕਿ ਨਿਊਟਨ ਮੀਟਰ। ਸੋ ਇਹਨਾਂ ਗੱਲਾਂ ਦਾ ਖਾਸ ਤੌਰ 'ਤੇ ਜਿਹੜਾ ਹੈ ਉਹ ਧਿਆਨ ਰੱਖਣਾ ਹੈ ਜਦੋਂ ਵੀ ਅਸੀਂ ਜਿਹੜੇ ਯੂਨਿਟਸ ਜਿਹੜੇ ਨੇ ਉਹ ਲਿਖਣੇ ਹਨ। ਹੁਣ ਅਸੀਂ ਪੜ੍ਹਦੇ ਹਾਂ कि ऐसे सिस्टम दियाँ की एडवांटेजिस ने, क्यों ये सिस्टम जोड़ा है वो होने से लिया पिया। सब तो पहला ये है कि इट इज़ ए रैशनल सिस्टम। रैशनल तो की भाव है कि जिन्हें भी तरह दियाँ, जिस तरह असी उदाहरण लेने हाँ कि जिदा एनर्जी है, कनेटिक एनर्जी, पोटेंशियल एनर्जी, हीट एनर्जी, होर जिन्नी तरह की एनर्जी सन उन्होंने सारिਆਂ ਦੇ ਲਈ ਇੱਕੋ यूनिट यूज़ होंदा है जूल। तो इस करके ये जो सिस्टम है इसमें असीं रैशनल सिस्टम कहते हैं और इसकी जी है एडवांटेज है। दूसरा है कि CGS सिस्टम के नाल भी क्लोजली रिलेटेड है। MKS सिस्टम की तो ये एक्सटेंड फॉर्म हैगी है। और चौथी जी इसकी एडवांटेज है वो है कि मीट्रिक सिस्टम है। मीट्रिक तो की भाव है कि इस जिन्नियां भी टर्म्स आउंदियां ने वो मल्टीपल्स या सब मल्टीपल्स 10 दा ने। सो इसकी की एडवांटेज है, डिसएडवांटेज है कि जो असीं कोई कैलकुलेशन करते हाँ, जिद्दां हुण सपोज करो कि तुसीं FPS सिस्टम तो SI सिस्टम से जाना है, जो तुसीं कैलकुलेशन करते हो तो कैलकुलेशन जी है लिटिल बिट डिफिकल्ट हो जाती है। सो जे मीट्रिक सिस्टम नहीं है, बाइनरी सिस्टम है या हैक्साडेसिमल सिस्टम है तो उन्होंने जिहड़ियां कैलकुलेशनस ने होर डिफिकल्ट हो जांदियां हन। बाइनरी सिस्टम, हैक्साडेसिमल सिस्टम। सो सब तो बेस्ट जो सिस्टम है जो कैलकुलेशन से सानू हेल्प करता है वो मीट्रिक सिस्टम है। इट इज़ ए कोहेरेंट सिस्टम ऑफ यूनिट्स, दैट इज एवरी यूनिट इन यूज इन दिस सिस्टम कैन बी डिराइव्ड बाय मल्टीप्लाइंग और बाय डिवीजन ऑफ फंडामेंटल यूनिट्स ओनली।
and without introducing any numerical factor. ਉਸ ਤੋਂ ਬਾਅਦ ਹੈ ਕਿ ਇਟ ਇਜ਼ ਐਨ ਐਬਸੋਲੂਟ ਸਿਸਟਮ। ਐਬਸੋਲੂਟ ਸਿਸਟਮ ਤੋਂ ਭਾਵ ਕਿ ਇਹਦੇ ਵਿੱਚ ਕੋਈ ਵੀ ਗ੍ਰੈਵੀਟੇਸ਼ਨ ਯੂਨਿਟਸ ਯੂਜ਼ ਨਹੀਂ ਹੁੰਦੇ। ਜਿੱਦਾਂ ਹੁਣ ਸਪੋਜ਼ ਕਰੋ ਕਿ ਕੋਈ ਕਹਿੰਦਾ ਕਿ ਫੋਰਸ ਕਿੰਨੀ ਲੱਗ ਰਹੀ ਹੈ, ਜੇ ਤੁਸੀਂ ਗ੍ਰੈਵੀਟੇਸ਼ਨ ਸਿਸਟਮ 'ਚ ਕਹੋਗੇ ਤਾਂ ਉਹ ਕੀ ਹੈ 1 ਕਿਲੋਗ੍ਰਾਮ। ਜਦੋਂ ਵੀ ਤੁਸੀਂ ਉਹਨੂੰ ਕਿਸੇ ਦੂਸਰੇ ਯੂਨਿਟ 'ਚ ਲਿਖਣਾ ਹੈ ਤਾਂ ਉਹਨੂੰ ਪਹਿਲਾਂ ਅਸੀਂ ਉਸ ਜਿਹੜੀ ਜੀ ਦੀ ਵੈਲਿਊ ਹੈ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੀ ਵੈਲਿਊ ਉਹ ਸਿਸਟਮ ਉਹਦੇ ਨਾਲ ਮਲਟੀਪਲਾਈ ਕਰਨਾ ਪਏਗਾ, ਫਿਰ ਜਾ ਕੇ ਉਹ ਜਿਹੜੀ ਕੁਆਂਟਿਟੀ ਹੈ ਐਬਸੋਲੂਟ ਯੂਨਿਟ 'ਚ ਕਨਵਰਟ ਹੋਏਗੀ। ਸੋ ਐਸੇ ਸਿਸਟਮ ਦੇ ਵਿੱਚ ਇਹੋ ਜਿਹਾ ਕੋਈ ਵੀ ਜਿਹੜਾ ਗ੍ਰੈਵੀਟੇਸ਼ਨਲ ਯੂਨਿਟ ਹੈ ਉਹ ਯੂਜ਼ ਨਹੀਂ ਹੁੰਦਾ। ਹੁਣ ਅੱਗੇ ਅਸੀਂ ਆਉਂਦੇ ਹਾਂ, ਸਾਡਾ ਟੌਪਿਕ ਹੈ ਡਾਇਮੈਂਸ਼ਨਸ ਐਂਡ ਡਾਇਮੈਂਸ਼ਨਲ ਫਾਰਮੂਲਾ। ਡਾਇਮੈਂਸ਼ਨ ਦੀ ਸਭ ਤੋਂ ਪਹਿਲਾਂ ਜਿਹੜੀ ਹੈ ਡੈਫੀਨੇਸ਼ਨ ਪੜ੍ਹਦੇ ਹਾਂ। Dimensions of a derived physical quantity are the powers to which fundamental units must be raised to represent it completely. Dimensions ਕਿਸੇ ਵੀ ਜਿਹੜੀ ਫਿਜ਼ੀਕਲ ਕੁਆਂਟੀਟੀ ਦੀਆਂ ਕੀ ਨੇ, ਜੋ ਫੰਡਾਮੈਂਟਲ ਯੂਨਿਟਸ ਨੇ ਉਹਨਾਂ ਦੀਆਂ ਜੋ ਪਾਵਰ ਹੋਣਗੀਆਂ। ਅਸੀਂ ਅੱਗੇ ਲੇਟਰ ਔਨ ਇਸ ਨੂੰ ਹੋਰ ਐਕਸਪਲੇਨ ਕਰਦੇ ਹਾਂ ਜਦੋਂ ਅਸੀਂ ਇਹ ਡਾਇਮੈਂਸ਼ਨ ਫਾਰਮੂਲਾ ਤੇ ਡਾਇਮੈਂਸ਼ਨਸ ਬਾਰੇ ਹੋਰ ਡਿਟੇਲ 'ਚ ਐਕਚੁਅਲ 'ਚ ਪੜ੍ਹਾਂਗੇ ਤੇ ਉੱਥੇ ਸਾਨੂੰ ਜਿਹੜਾ ਉਹ ਜ਼ਿਆਦਾ ਕਲੀਅਰ ਹੋਏਗਾ। The exponent of a base quantity which enters into the expression is called dimension of the quantity in their base. To decide the dimensions of a physical quantity, the units of fundamental quantities are expressed by the following. Length can be expressed by capital L, mass by capital M and time by capital T. ਸਿਰਫ ਕਿਉਂਕਿ ਤਿੰਨ ਹੀ ਫੰਡਾਮੈਂਟਲ ਕੁਆਂਟੀਜ਼ ਮੰਨੀਆਂ ਜਾਂਦੀਆਂ ਸਨ, ਮਾਸ, ਲੈਂਥ ਤੇ ਟਾਈਮ, ਸੋ ਇਸ ਕਰਕੇ ਅਸੀਂ ਜਿੰਨੀਆਂ ਵੀ ਡਾਇਮੈਂਸ਼ਨਸ ਤੇ ਡਾਇਮੈਂਸ਼ਨ ਫਾਰਮੂਲਾ ਲਿਖਾਂਗੇ ਉਹ ਸਿਰਫ ਮਾਸ, ਲੈਂਥ ਤੇ ਟਾਈਮ ਦੀ ਫਾਰਮ ਦੇ ਵਿੱਚ ਹੀ ਲਿਖਾਂਗੇ, ਉਹਨਾਂ ਬਾਰੇ ਸਮਝਾਂਗੇ। ਦੂਸਰੀ ਟਰਮ ਹੈ ਡਾਇਮੈਂਸ਼ਨਲ ਫਾਰਮੂਲਾ। Dimensional formula of a physical quantity is an expression which tells us how and which of the fundamental units are required to be represent a physical quantity, or it is an expression which shows that which of the fundamental units enter into the units of a physical quantity and that too with what powers. ਇਹ ਉਹ ਐਕਸਪ੍ਰੈਸ਼ਨ ਹੈ ਜਿਹੜਾ ਸਾਨੂੰ ਦੱਸਦਾ ਕਿ ਜੇ ਅਸੀਂ ਕਿਸੇ ਵੀ ਕੁਆਂਟਿਟੀ ਦਾ ਡਰਾਈਵ ਕੁਆਂਟਿਟੀ ਦਾ ਯੂਨਿਟ ਲਿਖਣਾ ਹੈ ਤਾਂ ਕਿਹੜੇ ਕਿਹੜੇ ਫੰਡਾਮੈਂਟਲ ਯੂਨਿਟਸ ਉਸ ਦੇ ਵਿੱਚ ਆਉਣਗੇ ਔਰ ਉਹਨਾਂ ਦੀਆਂ ਕੀ ਪਾਵਰਸ ਹੋਣਗੀਆਂ। ਜਿਹੜੀਆਂ ਪਾਵਰਸ ਨੇ ਉਹ ਕੀ ਹੈ ਡਾਇਮੈਂਸ਼ਨਸ, ਔਰ ਜਿਹੜਾ ਐਕਸਪ੍ਰੈਸ਼ਨ ਹੈ ਉਹ ਡਾਇਮੈਂਸ਼ਨਲ ਫਾਰਮੂਲਾ। ਜਿੱਦਾਂ ਸਪੋਜ਼ ਕਰੋ ਕਿ ਸਾਡੇ ਕੋਲ ਇੱਕ ਫਿਜ਼ੀਕਲ ਕੁਆਂਟਿਟੀ ਹੈ ਐਕਸ, ਜਿਹਦੇ ਵਿੱਚ ਜਿਹੜੀਆਂ ਬੇਸ ਡਾਇਮੈਂਸ਼ਨਸ ਨੇ ਮਾਸ ਐਮ, ਲੈਂਥ ਤੇ ਟਾਈਮ ਟੀ ਦੀਆਂ ਜਿਹੜੀਆਂ ਨੇ ਮੰਨ ਲਓ ਕਿ ਹੈਗੀਆਂ ਨੇ ਏ ਬੀ ਸੀ ਰਿਸਪੈਕਟਿਵਲੀ। ਮਤਲਬ ਮਾਸ ਦੀਆਂ ਡਾਇਮੈਂਸ਼ਨਸ ਏ ਨੇ, ਲੈਂਥ ਦੀਆਂ ਡਾਇਮੈਂਸ਼ਨਸ ਬੀ ਨੇ ਔਰ ਟਾਈਮ ਦੀਆਂ ਡਾਇਮੈਂਸ਼ਨਸ ਸੀ ਨੇ। ਤਾਂ ਇਹਦਾ ਜਿਹੜਾ ਡਾਇਮੈਂਸ਼ਨਲ ਫਾਰਮੂਲਾ ਉਸਨੂੰ ਅਸੀਂ ਕਿਵੇਂ ਲਿਖਾਂਗੇ, ਸਕੁਏਅਰ ਬ੍ਰੈਕਟਸ ਦੇ ਵਿੱਚ ਲਿਖਾਂਗੇ ਇਸਨੂੰ ਕੈਪੀਟਲ ਐਮ ਦੀ ਪਾਵਰ ਏ, ਲੈਂਥ ਦੇ ਲਈ ਕੈਪੀਟਲ ਐਲ ਦੀ ਪਾਵਰ ਬੀ, ਟਾਈਮ ਦੇ ਲਈ ਕੈਪੀਟਲ ਟੀ ਦੀ ਪਾਵਰ ਸੀ। ਇਹ ਡਾਇਮੈਂਸ਼ਨਲ ਫਾਰਮੂਲਾ ਇਜ਼ ਆਲਵੇਜ਼ ਰਿਟਨ ਇਨ ਏ ਕਲੋਜ਼ਡ ਬ੍ਰੈਕਟ। ਹਮੇਸ਼ਾ ਇਹਨੂੰ ਅਸੀਂ ਕਲੋਜ਼ ਬ੍ਰੈਕਟ ਦੇ ਵਿੱਚ, ਸਕੁਏਅਰ ਬ੍ਰੈਕਟਸ ਦੇ ਵਿੱਚ ਇਸ ਨੂੰ ਲਿਖਦੇ ਹਾਂ। Dimensional formula help in deriving units and also in converting units of physical quantities from one system of units into another. It has many real-time applications and is a basic aspect of units and measurements. ਜਿੱਦਾਂ ਅਸੀਂ ਐਗਜ਼ਾਮਪਲਸ ਲੈਂਦੇ ਹਾਂ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਏਰੀਆ ਹੈ, ਏਰੀਆ ਕਿਤੇ ਬਰਾਬਰ ਹੈ ਲੈਂਥ ਇੰਟੂ ਬ੍ਰੈਡਥ, ਔਰ ਬ੍ਰੈਡਥ ਔਰ ਲੈਂਥ ਦੋਨਾਂ ਦੀਆਂ ਡਾਇਮੈਂਸ਼ਨਸ ਕੀ ਨੇ ਲੈਂਥ ਦੀਆਂ। ਸੋ ਇਹ ਲੈਂਥ ਦੇ ਲਈ ਅਸੀਂ ਲਿਖਾਂਗੇ ਕੈਪੀਟਲ ਐਲ, ਸੋ ਬ੍ਰੈਡਥ ਲਈ ਵੀ ਅਸੀਂ ਲੈਂਥ ਦੀ ਫਾਰਮ 'ਚ ਲਿਖਾਂਗੇ ਕੈਪੀਟਲ ਐਲ, ਤਾਂ ਇਹ ਕੀ ਹੋ ਜਾਏਗੀ ਐਲ ਸਕੁਏਅਰ, ਐਲ ਦੀ ਪਾਵਰ 2। ਅਸੀਂ ਇਸ ਨੂੰ ਸਕੁਏਅਰ ਨਹੀਂ ਲਿਖਣਾ, ਇਸ ਨੂੰ ਅਸੀਂ ਮਤਲਬ ਬੋਲਣਾ ਨਹੀਂ, ਬੋਲਣ ਦੇ ਵਿੱਚ ਐਲ ਸਕੁਏਅਰ ਨਹੀਂ ਬੋਲਾਂਗੇ, ਅਸੀਂ ਕਹਾਂਗੇ ਕਿ ਏਰੀਆ ਹੈਜ਼ 2 ਡਾਇਮੈਂਸ਼ਨਸ ਇਨ ਲੈਂਥ। ਇਸੇ ਤਰ੍ਹਾਂ ਹੀ ਜੇ ਅਸੀਂ ਬਾਕੀ ਜਿੱਦਾਂ ਫਾਰਮੂਲੇ ਨੇ ਉਸ ਦੇ ਬਾਰੇ ਪੜ੍ਹਦੇ ਹਾਂ, ਜਿਸ ਤਰ੍ਹਾਂ ਵੈਲੋਸਿਟੀ ਹੈ, ਵੈਲੋਸਿਟੀ ਦਾ ਜੋ ਜਿਹੜਾ ਐਕਸਪ੍ਰੈਸ਼ਨ ਹੈ ਉਹ ਕਿਤੇ ਬਰਾਬਰ ਹੁੰਦਾ ਹੈ ਡਿਸਪਲੇਸਮੈਂਟ ਓਵਰ ਟਾਈਮ, ਡਿਸਟੈਂਸ ਡਿਵਾਈਡਡ ਬਾਈ ਟਾਈਮ। ਸੋ ਡਿਸਟੈਂਸ ਨੂੰ ਕਿਸ ਤਰ੍ਹਾਂ ਮੇਜਰ ਕਰਾਂਗੇ ਲੈਂਥ ਦੀ ਫਾਰਮ 'ਚ ਤੇ ਟਾਈਮ। ਸੋ ਇਹਦਾ ਜਿਹੜਾ ਡਾਇਮੈਂਸ਼ਨਲ ਫਾਰਮੂਲਾ ਹੋਏਗਾ m0l1t-1, ਕਿਉਂਕਿ ਮਾਸ ਜਿਹੜਾ ਹੈ ਉਹ ਵੈਲੋਸਿਟੀ ਦੇ ਐਕਸਪ੍ਰੈਸ਼ਨ ਦੇ ਵਿੱਚ ਨਹੀਂ ਆਉਂਦਾ। ਸੋ ਮਾਸ ਦੀਆਂ ਕਿੰਨੀਆਂ ਡਾਇਮੈਂਸ਼ਨਸ ਹੋ ਗਈਆਂ 0, ਲੈਂਥ ਦੀਆਂ ਕਿੰਨੀਆਂ ਹੋ ਗਈਆਂ 1, ਟਾਈਮ ਦੀਆਂ ਕਿੰਨੀਆਂ ਹੋ ਗਈਆਂ -1। ਸੋ ਜੋ ਅਸੀਂ ਇਹਨੂੰ ਪ੍ਰੋਨਾਊਂਸ ਕਰਾਂਗੇ ਅਸੀਂ ਕਹਾਂਗੇ ਇਹ ਜਿਹੜਾ ਐਕਸਪ੍ਰੈਸ਼ਨ ਹੈ m0l1t-1 ਸਕੁਏਅਰ ਬ੍ਰੈਕਟ, ਇਹ ਹੈ ਵੈਲੋਸਿਟੀ ਦਾ ਡਾਇਮੈਂਸ਼ਨਲ ਫਾਰਮੂਲਾ। ਔਰ ਜੇ ਸਾਨੂੰ ਕੋਈ ਪੁੱਛੇ ਕਿ ਵੈਲੋਸਿਟੀ ਦੀਆਂ ਡਾਇਮੈਂਸ਼ਨਸ ਕੀ ਨੇ ਤਾਂ ਅਸੀਂ ਕਹਾਂਗੇ ਵੈਲੋਸਿਟੀ ਹੈਜ਼